सारी दवाइयाँ, सारे टेस्ट, सारा इलाज, सारा ऑपरेशन सब कुछ मुफ्त होगा। कल केजरीवाल साहब आए, फ्री की राजनीति करांगे, फ्री हैल्थ कर देंगे, फ्री सारा कुछ कर देंगे। की उहदे नाल पंजाब बदल चुका? कोई दूजे आते आ, वो कहते असीं आह फ्री देवांगे। मुੱਢਲੇ ਜਿਹੜੇ ਮੁੱਦੇ ਆ, ਜਿਹੜੇ ਸਿਧਾਂਤਕ ਮੁੱਦੇ ਆ, ਐਜੂਕੇਸ਼ਨ, ਹਾਇਰ ਐਜੂਕੇਸ਼ਨ, ਇਹਦੇ ਤੇ ਸ਼ਾਇਦ ਕਿਸੇ ਸਰਕਾਰ ਦਾ, ਕਿਸੇ ਪੋਲੀਟੀਕਲ ਪਾਰਟੀਆਂ ਦਾ ਫੋਕਸ ਨਹੀਂ ਜਾਂਦਾ। ਇਹ 18 ਲੱਖ ਨੌਕਰੀਆਂ ਨਹੀਂ ਮਿਲੀਆਂ अगर ये नवे रोज़गार नहीं उपलब्ध होए, और इस करके असीं ये मुद्दा चुक रहे हैं। नवे मुख मंत्री तो उम्मीद करते हैं भी ये मुद्दे राही तुसीं इस चीज़ का हल करो। सब तो करने नहीं दे रहे। रुस के दूजे दिन तीजे दिन रुस के बह गए। फोटो बथेरियां खचाइयां, उत्थे छत्त समारोह ते उत्थे खुश भी नज़र आ रहे सी। रातों रात पता नहीं है की होया कि दूजे दिन शाम को कैप्टन दिल्ली में चढ़ गए, ये अस्तीफा दे के पटियाले में चढ़ गए। सिद्धू साहब ने जो फैसला किया वो कल आए, गलबात की और वो मुद्दों की गल करना चाह रहे हैं। ਅਸਤੀਫਾ ਦੇਣਾ ਕੋਈ ਹੱਲ ਨਹੀਂ ਆ, ਤੇ ਆਪਾਂ 22 ਦੇ ਵਿੱਚ ਲਾ ਕੇ ਉਹੀ ਸਵਾਲ ਜਿਹੜੇ ਲੋਕਾਂ ਨੇ ਪੁੱਛਣੇ ਆ, ਉਹ ਸਵਾਲ ਉਹਨਾਂ ਨੇ ਕੱਲ ਫਿਰ ਚੁੱਕਤੇ। ਚਰਨਜੀਤ ਸਿੰਘ ਚੰਨੀ ਜੀ ਨੇ ਉਦੋਂ ਕਪੂਰਥਲਾ ਦੇ ਵਿੱਚ ਗੱਲ ਕਹੀ, ਸਾਨੂੰ ਬੜੀ ਖੁਸ਼ੀ ਹੋਈ। ਉਹਨਾਂ ਨੇ ਕਿਹਾ ਐਜੂਕੇਸ਼ਨ ਹਰ ਚੀਜ਼ ਦਾ ਹੱਲ ਆ, ਲੇਕਿਨ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਭਰਤੀਆਂ ਕਰਨੀਆਂ ਪੈਣੀਆਂ, ਹਾਇਰ ਐਜੂਕੇਸ਼ਨ ਤੇ ਫੋਕਸ ਕਰਨਾ ਪੈਣਾ ਵਾ। ਔਰ ਇਸ ਕਰਕੇ ਸਾਨੂੰ ਮੁੱਖ ਮੰਤਰੀ ਸਾਹਿਬ ਤੋਂ ਅਪੀਲ ਆ, ਔਰ ਅਸੀਂ ਅੱਜ ਤੁਹਾਡੇ ਰਾਹੀਂ ਔਰ ਸਾਰਿਆਂ ਰਾਹੀਂ ਕਹਿੰਦੇ ਵੀ ਸਰਕਾਰੀ ਕਾਲਜਾਂ ਦੇ ਵਿੱਚ ਲੈਕਚਰਾਰਾਂ ਦੀ ਭਰਤੀ ਦੁਬਾਰਾ ਕਰਾਈ ਜਾਵੇ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਸਿਆਸਤ ਜਿਸ ਤਰ੍ਹਾਂ ਦੇ ਨਾਲ ਉਲਝ ਚੁੱਕੀ ਆ, ਤੇ ਉਹਦੇ ਵਿੱਚ ਹੀ ਗੱਲ ਕਰੀਏ ਤਾਂ ਯੂਥ ਕਾਂਗਰਸ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਰਹੀ ਆ। ਮੁਹਿੰਮ ਦੇ ਵਿੱਚ ਮੁੱਦੇ ਪੰਜਾਬ ਦੀ ਨੇ, ਨੌਜਵਾਨਾਂ ਦੇ ਨੇ, ਜਿਹਦੇ ਵਿੱਚ ਸ਼ੁਰੂਆਤ ਗੱਲ ਕੀਤੀ ਜਾਵੇ ਤਾਂ ਸਿੱਖਿਆ ਨੂੰ ਲੈ ਕੇ ਹੈ ਕਿ ਹਾਇਰ ਐਜੂਕੇਸ਼ਨ ਹੈ ਜਿਹੜੀ, ਉਹਦੇ ਵਿੱਚ ਆਖਰਕਾਰ ਪੰਜਾਬ ਦੇ ਵਿੱਚ ਪ੍ਰੋਫੈਸਰ ਇੰਨੇ ਕਿਉਂ ਨਹੀਂ, ਤੇ ਨਾਲ ਹੀ ਸਰਕਾਰ ਦਾ ਹਨੀਮੂਨ ਪੀਰੀਅਡ ਕਦ ਆਇਆ ਤੇ ਕਦ ਗਿਆ, ਪਰ ਕਿਉਂਕਿ ਸਮਾਂ ਬਹੁਤ ਥੋੜਾ, ਉਹਦੀ ਵੀ ਗੱਲ ਕਰ ਲਾਂਗੇ। ਢਿੱਲੋਂ ਸਾਹਿਬ, ਦੇਖਿਆ ਜਾਵੇ ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਜ਼ਿਹਨ ਦੇ ਵਿੱਚ ਆਮ ਤੌਰ 'ਤੇ ਲੋਕ ਜਦੋਂ ਜਾਂਦੇ ਨੇ ਤਾਂ ਉਹਨਾਂ ਦੇ ਪ੍ਰਾਈਵੇਟ ਕਾਲਜ ਆਉਂਦੇ ਨੇ ਵੀ ਕਿੱਥੇ ਕਿੰਨੀ ਡੋਨੇਸ਼ਨ ਦੇਣੀ ਹੈ। ਸਰਕਾਰੀ ਨੂੰ ਸ਼ਾਇਦ ਭੁੱਲ ਨਹੀਂ ਲੱਗੇ ਨੇ ਕਿ ਲੋਕ। ਅਸੀਂ ਇਹੀ ਮੁੱਦਾ ਚੱਕਿਆ, ਤੁਹਾਨੂੰ ਇਹੀ ਦੱਸ ਰਹੇ ਹਾਂ ਵੀ 2 ਕਰੋੜ 80 ਲੱਖ ਦੀ ਆਬਾਦੀ ਹੋਵੇ ਔਰ ਸਿਰਫ 47 ਸਰਕਾਰੀ ਕਾਲਜ, ਨਾਲ ਦੇ ਸੂਬੇ ਦੀ 2.5 ਕਰੋੜ ਦੀ ਆਬਾਦੀ ਹਰਿਆਣੇ ਦੀ, ਉਹਨਾਂ ਦੇ ਸਰਕਾਰੀ ਕਾਲਜ 170, ਹਿਮਾਚਲ ਦੀ 1 ਕਰੋੜ ਦੀ ਆਬਾਦੀ, ਉਹਨਾਂ ਦੇ ਸਰਕਾਰੀ ਕਾਲਜ 94, ਔਰ ਉਸ ਤੋਂ ਵੀ ਮਾੜੀ ਗੱਲ ਵੀ 15 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ, ਔਰ ਟੋਟਲ ਪੰਜਾਬ ਦੇ ਵਿੱਚ 347 ਸਰਕਾਰੀ ਰੈਗੂਲਰ ਆਪਣਾ ਕੀ ਕਹਿੰਦੇ ਜਿਹੜੇ ਲੈਕਚਰਰ ਆ, ਸਿਰਫ ਰੈਗੂਲਰ ਜਿਹੜੇ ਆ 347, ਬਾਕੀ ਜਿਹੜੇ ਆ ਕੰਟਰੈਕਚੁਅਲ ਅੱਜ ਵੀ। ਔਰ ਨਾਲ ਨਾਲ ਅਗਰ ਤੁਸੀਂ ਇਹ ਹਾਲਾਤ ਵੇਖੋਗੇ, 18 ਸਿਰਫ ਪੰਜਾਬੀ ਦੇ ਰੈਗੂਲਰ ਪ੍ਰੋਫੈਸਰ ਆ। कल केजरीवाल साहब आए, फ्री की राजनीति करांगे, फ्री हैल्थ कर देंगे, फ्री सारा कुछ कर देंगे। की उहदे नाल पंजाब बदल जू? की उहदे नाल पंजाब दे विच खुशहाली आ जू? अपना कोई दूजे आंदे आ, वो कहंदे असीं आह फ्री देवांगे। मुੱਢਲੇ ਜਿਹੜੇ ਮੁੱਦੇ ਆ, ਜਿਹੜੇ ਸਿਧਾਂਤਕ ਮੁੱਦੇ ਆ, ਐਜੂਕੇਸ਼ਨ, ਹਾਇਰ ਐਜੂਕੇਸ਼ਨ, ਇਹਦੇ ਤੇ ਸ਼ਾਇਦ ਕਿਸੇ ਸਰਕਾਰ ਦਾ, ਕਿਸੇ ਪੋਲੀਟੀਕਲ ਪਾਰਟੀਆਂ ਦਾ ਫੋਕਸ ਨਹੀਂ ਜਾਂਦਾ। ਚਰਨਜੀਤ ਸਿੰਘ ਚੰਨੀ ਜੀ ਨੇ ਉਦੋਂ ਕਪੂਰਥਲਾ ਦੇ ਵਿੱਚ ਗੱਲ ਕਹੀ, ਸਾਨੂੰ ਬੜੀ ਖੁਸ਼ੀ ਹੋਈ। ਉਹਨਾਂ ਨੇ ਕਿਹਾ ਐਜੂਕੇਸ਼ਨ ਹਰ ਚੀਜ਼ ਦਾ ਹੱਲ ਆ, ਲੇਕਿਨ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਭਰਤੀਆਂ ਕਰਨੀਆਂ ਪੈਣੀਆਂ, ਹਾਇਰ ਐਜੂਕੇਸ਼ਨ ਤੇ ਫੋਕਸ ਕਰਨਾ ਪੈਣਾ ਵਾ। ਔਰ ਇਸ ਕਰਕੇ ਸਾਨੂੰ ਮੁੱਖ ਮੰਤਰੀ ਸਾਹਿਬ ਤੋਂ ਅਪੀਲ ਆ, ਔਰ ਅਸੀਂ ਅੱਜ ਤੁਹਾਡੇ ਰਾਹੀਂ ਔਰ ਸਾਰਿਆਂ ਰਾਹੀਂ ਕਹਿੰਦੇ ਵੀ ਸਰਕਾਰੀ ਕਾਲਜਾਂ ਦੇ ਵਿੱਚ ਲੈਕਚਰਾਰਾਂ ਦੀ ਭਰਤੀ ਦੁਬਾਰਾ ਕਰਾਈ ਜਾਵੇ, ਜਿਹੜੇ ਕੰਟਰੈਕਚੁਅਲ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਔਰ ਸਰਕਾਰੀ ਕਾਲਜਾਂ ਦੇ ਨਾਲ ਨਾਲ ਜਿਹੜੇ ਆ ਮਾਫੀਆ ਵਾ ਟੈਕਨੀਕਲ ਆਪਣਾ ਯੂਨੀਵਰਸਿਟੀਜ਼, ਜਿਨ੍ਹਾਂ ਨੇ ਵੱਧ ਤੋਂ ਵੱਧ 5-5 ਲੱਖ 10-10 ਲੱਖ ਫੀਸਾਂ ਵਾ, ਇਹਨਾਂ ਦੇ ਉੱਤੇ ਰੈਗੂਲਰਾਈਜ਼ ਕਰਕੇ ਇਹਨੂੰ ਕਿਸੇ ਸਹੀ ਇੱਕ ਢਾਂਚੇ ਤੇ ਲਿਆਇਆ ਜਾਵੇ ਤਾਂ ਕਿ ਐਜੂਕੇਸ਼ਨ ਜਿਹੜੀ ਆ ਉਹ ਅਫੋਰਡੇਬਲ ਹੋ ਸਕੇ। ਸਾਹਿਬ, ਦੇਖਿਆ ਜਾਵੇ 4.5 ਸਾਲ ਤੁਹਾਡੀ ਸਰਕਾਰ ਨੂੰ ਲੱਗੇ ਨੇ, ਉਹਦੇ ਵਿੱਚ ਜੇ ਦੇਖਿਆ ਜਾਵੇ ਮੁੱਦਾ ਪਹਿਲਾਂ ਹੋਰ ਕਿਸੇ ਦੇ ਧਿਆਨ 'ਚ ਕਿਉਂ ਨਹੀਂ ਆਉਂਦਾ? ਕਿਉਂਕਿ ਸਿੱਖਿਆ ਨੂੰ ਲੈ ਕੇ ਤਾਂ ਜੇ ਸਕੂਲਾਂ ਤੋਂ ਲਈਏ ਸ਼ੁਰੂਆਤ ਹੋ ਜਾਂਦੀ ਹੈ, ਕਾਲਜਾਂ ਤੱਕ ਜਾਂਦੀ ਹੈਗੀ। ਜਿਵੇਂ ਯੂਨੀਵਰਸਿਟੀ ਤੁਸੀਂ ਗੱਲ ਕਰੀ, ਬਿਲਕੁਲ ਸਹੀ ਗੱਲ ਹੈ, ਹਾਲਾਤ ਇਸੇ ਤਰ੍ਹਾਂ ਦੇ ਨੇ, ਪਰ ਲੱਗਦਾ ਨਹੀਂ ਤੁਹਾਨੂੰ ਕਿ ਸ਼ਾਇਦ 4.5 ਸਾਲ ਪਹਿਲਾਂ ਆਪ ਤੋਂ ਹੀ ਨਹੀਂ ਧਿਆਨ ਦਿੱਤਾ ਗਿਆ? ਕਿਉਂਕਿ ਜਿਹੜੀ ਭੂਮਿਕਾ ਜੇ ਤੁਸੀਂ ਨਿਭਾ ਰਹੇ ਹੋ, ਇਹ ਕਿਤੇ ਨਾ ਕਿਤੇ ਵਿਰੋਧੀ ਦਾ ਸਵਾਲ ਖੜਾ ਸਕਦੇ ਨੇ, ਪਰ ਤੁਹਾਡੇ ਤਾਂ ਆਪਦੇ ਆਪ 'ਚ ਹੀ ਸਵਾਲ ਉੱਠਦਾ ਕਿ ਆਖਰ ਕੀ ਅਸੀਂ ਵੀ ਨਹੀਂ ਧਿਆਨ ਮਾਰਿਆ ਇਸ ਚੀਜ਼? ਦੇਖੋ, ਕਿਤੇ ਨਾ ਕਿਤੇ ਮੈਂ ਇਹ ਕਹੂੰਗਾ ਵੀ ਲੋਕਾਂ ਦਾ ਧਿਆਨ, ਪੋਲੀਟੀਕਲ ਪਾਰਟੀਆਂ ਦਾ ਧਿਆਨ ਅਕਸਰ ਅੱਜ ਕੱਲ੍ਹ ਸੈਂਸੇਸ਼ਨਲਾਈਜੇਸ਼ਨ ਵੱਲ ਚੱਲ ਜਾਂਦਾ ਵੀ ਛੇਤੀ ਛੇਤੀ ਚੀਜ਼ਾਂ ਨੂੰ। ਔਰ ਇਹ ਵੀ ਕਹਿਣਾ ਹਰ ਕੋਈ ਸੋਚਦਾ ਵੀ 5 ਸਾਲ ਦਾ ਹੀ ਪੀਰੀਅਡ ਹੈਗਾ, 5 ਸਾਲ ਦੇ ਵਿੱਚ ਜੋ ਕੁਝ ਕਰ ਸਕਦੇ ਹਾਂ। ਹਾਇਰ ਐਜੂਕੇਸ਼ਨ ਇੱਕ 10-10 ਸਾਲ ਦੇ ਪਲਾਨਸ ਆ। ਅਗਰ ਤੁਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵੇਖੋਗੇ, ਉਹ ਵੀ ਇੱਕ ਵੱਡਾ ਪਲਾਨ ਆ। ਔਰ ਇਹ ਐਜੂਕੇਸ਼ਨ ਦੇ ਉੱਤੇ ਜਿਹੜੀ ਪਾਲਿਸੀ ਬਣਨੀ ਚਾਹੀਦੀ ਆ, ਉਹ ਆਪਣਾ ਲੋਕਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਬਣਨੀ ਚਾਹੀਦੀ ਆ। ਮੁਸ਼ਕਿਲਾਂ ਕਿੱਥੇ ਆਉਂਦੀਆਂ? ਜਦੋਂ ਮੁੱਦੇ ਭਟਕ ਜਾਂਦੇ ਆ। ਮੈਂ ਕਹਿਣਾ ਤਾਂ ਨਹੀਂ ਚਾਹੂੰਗਾ, ਲੇਕਿਨ ਬੜੇ ਚੈਨਲ ਤੁਸੀਂ ਵੇਖੋਗੇ ਘਰ ਵਾਲੀਆਂ ਦੀ ਲੜਾਈਆਂ ਵਿਖਾਈ ਜਾਣਗੇ, ਕਿਸੇ ਨੇ ਕਿਸੇ ਦੇ ਥੱਪੜ ਮਾਰਤਾ ਉਹ ਵਿਖਾਈ ਜਾਣਗੇ। ਅੱਜ ਤੱਕ ਕਿੰਨੇ ਚੈਨਲਾਂ ਨੇ ਸਰਕਾਰੀ ਕਾਲਜਾਂ ਦੇ ਉੱਤੇ ਡਿਬੇਟ ਕੀਤੀ ਆ? ਕਿਸੇ ਨੇ
ਇਹ ਮੁੱਦੇ ਨੂੰ ਹਾਈਲਾਈਟ ਕੀਤਾ ਵੀ ਰੋਜ਼ਗਾਰ ਕਿੰਨਾ ਇੰਪੋਰਟੈਂਟ ਆ, ਕਿੱਥੇ ਕਿੰਨਾ ਰੋਜ਼ਗਾਰ ਮਿਲਿਆ ਪੰਜਾਬ ਦੇ ਵਿੱਚ। ਸਿਆਸੀ ਪਾਰਟੀਆਂ ਨੇ ਕੋਈ ਰੋਡ ਮੈਪ ਦਿੱਤਾ ਹੋਵੇ ਵੀ ਰੋਜ਼ਗਾਰ ਅਸੀਂ ਇਸ ਤਰੀਕੇ ਦੇਵਾਂਗੇ, ਸਾਡੀ ਪਾਰਟੀ ਵੀ ਉਹਦੇ ਵਿੱਚ ਜ਼ਿੰਮੇਵਾਰ ਆ, ਅਸੀਂ ਆਪਣੇ ਆਪ ਨੂੰ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਔਰ ਮੈਂ ਤਾਂ ਹੀ ਕਹਿੰਦਾ ਜਿਹੜਾ 18 ਲੱਖ ਦਾ ਜਿਹੜਾ ਇਹ ਫਿਗਰ ਆ ਇਹ ਗਲਤ ਆ। ਇਹ 18 ਲੱਖ ਨੌਕਰੀਆਂ ਨਹੀਂ ਮਿਲੀਆਂ ਅਗਰ ਇਹ ਨਵੇਂ ਰੋਜ਼ਗਾਰ ਨਹੀਂ ਉਪਲਬਧ ਹੋਏ, ਔਰ ਇਸੇ ਕਰਕੇ ਅਸੀਂ ਇਹ ਮੁੱਦਾ ਚੁੱਕ ਰਹੇ ਹਾਂ। ਨਵੇਂ ਮੁੱਖ ਮੰਤਰੀ ਤੋਂ ਉਮੀਦ ਕਰਦੇ ਹਾਂ ਵੀ ਇਹ ਮੁੱਦੇ ਰਾਹੀਂ ਤੁਸੀਂ ਇਸ ਚੀਜ਼ ਦਾ ਹੱਲ ਕਰੋ। ਔਰ ਉਹਦੇ ਨਾਲ ਇਹ ਇਕੱਲਾ ਐ ਨਹੀਂ ਹੋਣਾ ਵੀ ਸਾਡੇ ਮੁੱਦਾ ਚੱਕਣ ਨਾਲ। ਅਸੀਂ ਅੱਜ ਯੰਗ ਇੰਡੀਆ ਦੇ ਬੋਲ ਕਰਕੇ ਕੈਂਪੇਨ ਸ਼ੁਰੂ ਕਰ ਰਹੇ ਹਾਂ, ਆਲ ਅਕ੍ਰੋਸ ਇੰਡੀਆ ਕਰ ਰਹੇ ਹਾਂ ਵੀ ਜਿਹਦੇ ਵਿੱਚ ਦਿਹਾਤ ਵਿੱਚ ਬੈਠੇ ਬੱਚੇ ਜਿਹੜੇ ਬੋਲ ਸਕਦੇ ਆ, ਜਿਹੜੇ ਮੁੱਦਿਆਂ ਨੂੰ ਲੈ ਸਕਦੇ ਆ, ਉਹ ਆਉਣ, ਉਹਨਾਂ ਨੂੰ ਮੌਕਾ ਦਈਏ, ਪਲੇਟਫਾਰਮ ਦਈਏ, ਡਿਬੇਟ ਕਰਾਈਏ ਤਾਂ ਕਿ ਇਹ ਮੁੱਦੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਆਉਣ, ਤਾਂ ਕਿ ਇਹ ਮੁੱਦੇ ਪੋਲੀਟੀਕਲ ਪਾਰਟੀਆਂ ਦੀ ਨਜ਼ਰ ਦੇ ਵਿੱਚ ਆਉਣ। ਔਰ ਇਸ ਕਰਕੇ ਇਹ ਅਸੀਂ ਦੇਖੋ ਸਰਕਾਰ ਨਹੀਂ ਆ, ਅਸੀਂ ਮੁੱਦਿਆਂ ਨੂੰ ਸਰਕਾਰ ਤੱਕ ਲੈ ਕੇ ਜਾ ਸਕਦੇ ਹਾਂ। ਹੱਲ ਸਰਕਾਰ ਨੇ ਕਰਨਾ ਵਾ, ਬੇਸ਼ੱਕ ਸਾਡੀ ਸਰਕਾਰ ਆ, ਲੇਕਿਨ ਉਹੀ ਅਸੀਂ ਕਹਿ ਰਹੇ ਹਾਂ ਡਿਲੀਵਰੀ ਦੀ ਟਾਈਮ ਆ ਗਿਆ ਵਾ। ਹੁਣ ਡਿਲੀਵਰੀ ਦੇਣ ਦਾ ਟਾਈਮ ਆ, ਔਰ ਡਿਲੀਵਰੀ ਕਿਵੇਂ ਦੇਣੀ ਆ ਇਹ ਸਾਡੇ ਵਾਸਤੇ ਵੱਡੇ ਚੁਣੌਤੀਆਂ ਵਾ। ਜ਼ਿਆਦਾ ਸਮਾਂ ਬਹੁਤ ਥੋੜਾ ਹੈਗਾ, ਪਰ ਜਿੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਚਲੋ ਤੁਸੀਂ ਤਾਂ ਡਿਮਾਂਡ ਕਰ ਰਹੇ ਹੋ, ਪਰ ਸਰਕਾਰ ਜਿਵੇਂ ਗੱਲ ਕਹਿ ਰਹੀ ਹੈ ਵੀ ਅਸੀਂ ਇਹ ਕਰ ਦਾਂਗੇ, ਕਿਉਂਕਿ ਕੱਲ੍ਹ ਨੂੰ ਤੁਹਾਨੂੰ ਵੀ ਚੋਣ ਲੜਨੀ ਆ, ਲੋਕਾਂ ਦੇ ਵਿੱਚ ਜਾ ਕੇ ਸਰਕਾਰ ਦੀ ਜਵਾਬ ਦੇਣਾ ਪਊਗਾ, ਉਸ ਚੀਜ਼ ਤੋਂ ਨਹੀਂ ਭੱਜਿਆ ਜਾ ਸਕਦਾ। ਤੁਹਾਨੂੰ ਲੱਗਦਾ ਵੀ ਸਮਾਂ ਬਹੁਤ ਥੋੜਾ ਹੈਗਾ ਤੇ ਹਜੇ ਵੀ ਕਲੇਸ਼ ਲਗਾਤਾਰ ਚੱਲ ਰਿਹਾ? ਸਿੱਧੂ ਸਾਹਿਬ ਰੁੱਸ ਕੇ ਭੱਜ ਜਾਂਦੇ ਨੇ, ਜਿਵੇਂ ਤੁਸੀਂ ਖੁਦ ਕਹਿ ਰਹੇ ਸੀ ਵੀ ਹਨੀਮੂਨ ਪੀਰੀਅਡ ਤੋਂ ਬਾਅਦ ਤਾਂ ਜੇ ਕਹੀਏ ਚੁੱਲ੍ਹੇ ਚੌਖੇ ਨਹੀਂ ਚੜ੍ਹਨ ਦਿੱਤੀ ਹੈਗੀ ਨਵੀਂ ਬਹੂ। ਦੇਖੋ 3 ਮਹੀਨੇ ਦਾ ਜੋ ਅਕਸਰ ਕਹਿ ਰਹੇ ਆ ਟਾਈਮ ਆ, ਕੀ ਪਤਾ 4 ਦਾ ਹੋਵੇ 5 ਦਾ ਹੋਵੇ, ਰੋਡ ਮੈਪ ਤਾਂ ਬਣ ਸਕਦੇ ਆ ਨਾ। ਲੋਕਾਂ ਵਿੱਚ ਜਾ ਕੇ ਇਹ ਤਾਂ ਦੱਸ ਸਕਦੇ ਆ ਵੀ ਅਸੀਂ ਆਹ ਚੀਜ਼ਾਂ ਦੀ ਮਤਲਬ ਨੋਟੀਫਿਕੇਸ਼ਨਾਂ ਹੋ ਸਕਦੀਆਂ ਵਾ, ਪਲਾਨ ਬਣ ਸਕਦੇ ਆ, ਪਲਾਨਸ ਨੂੰ ਇੰਪਲੀਮੈਂਟ ਕਰਨ ਦੀਆਂ ਗੱਲਾਂ ਹੋ ਸਕਦੀਆਂ ਵਾ, ਕਈ ਚੀਜ਼ਾਂ ਤੇ ਡਿਲੀਵਰੀ ਦੇ ਸਕਦੇ ਆ ਅਸੀਂ। ਔਰ ਇਸ ਕਰਕੇ ਇਹ ਜਿਹੜਾ ਸਮਾਂ ਵਾ ਇਹ ਮੁੱਦਿਆਂ ਨੂੰ ਚੱਕ ਕੇ ਸਰਕਾਰ ਨੂੰ ਛੇਤੀ ਤੋਂ ਛੇਤੀ ਵਰਕਿੰਗ ਵੱਲ ਨੂੰ ਆਪਣਾ ਫੋਕਸ ਕਰਕੇ ਮਤਲਬ ਕਹਿੰਦੇ ਨਾ ਹਿਟਿੰਗ ਦੀ ਰੋਡ, ਵੀ ਹੁਣ ਸਰਕਾਰ ਨੂੰ ਕੰਮ ਵਾਲੇ ਪਾਸੇ ਨੂੰ ਧਿਆਨ ਦੇਣਾ ਚਾਹੀਦਾ। ਠੀਕ ਆ, ਹੋ ਗਿਆ ਸਾਰਾ ਕੁਝ, ਆ ਗਿਆ, ਸਰਕਾਰ ਬਦਲ ਗਈ, ਮੁੱਖ ਮੰਤਰੀ ਸਾਹਿਬ ਨਵੇਂ ਆ ਗਏ, ਮੰਤਰੀ ਨਵੇਂ ਆ ਗਏ, ਹੁਣ ਟਾਈਮ ਆ ਡਿਲੀਵਰੀ ਦਾ। ਸਿੱਧੂ ਸਾਹਿਬ ਤਾਂ ਕਰਨੇ ਨਹੀਂ ਦੇ ਰਹੇ, ਰੁੱਸ ਕੇ ਦੂਜੇ ਦਿਨ ਤੀਜੇ ਦਿਨ ਰੁੱਸ ਕੇ ਬਹਿ ਗਏ, ਫੋਟੋਆਂ ਬਥੇਰੀਆਂ ਖਿਚਾਈਆਂ ਉੱਥੇ ਸ਼ਬਦ ਸਮਾਰੋਹ ਤੇ, ਉੱਥੇ ਖੁਸ਼ ਵੀ ਨਜ਼ਰ ਆ ਰਹੇ ਸੀ। ਰਾਤੋਂ ਰਾਤ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਦੂਜੇ ਦਿਨ ਸ਼ਾਮ ਨੂੰ ਕੈਪਟਨ ਦਿੱਲੀ ਨੂੰ ਚੜ੍ਹ ਗਏ, ਇਹ ਅਸਤੀਫਾ ਦੇ ਕੇ ਪਟਿਆਲੇ ਨੂੰ ਚੜ੍ਹ ਗਏ। ਸਿੱਧੂ ਸਾਹਿਬ ਸਰਕਾਰ ਨਹੀਂ ਆ, ਸਰਕਾਰ ਜਾ ਤਾਂ ਦਿੱਤੀ ਨਾ ਜੀ ਸਰਕਾਰ। ਚੰਨੀ ਜੀ ਵਿਚਾਰੇ ਹੁਣ ਕੱਲ ਉਹਨਾਂ ਨੂੰ ਮਨਾਉਂਦੇ ਰਹੇ, ਕੱਲ ਨਹੀਂ ਗੱਲ ਬਣੀ, ਅੱਜ ਦਿੱਲੀ ਜਾ ਰਹੇ ਨੇ, ਉਹ ਪਤਾ ਨਹੀਂ ਹਜੇ ਪਾਰਟੀ ਦੇ ਨਾਲ ਵੀ ਸ਼ਾਇਦ ਮਿਲਣ, ਤੇ ਦੂਜੇ ਪਾਸੇ ਪ੍ਰੋਕਿਉਰਮੈਂਟ ਵਾਲਾ ਵੀ ਰੌਲਾ ਪੈ ਗਿਆ ਨਾਲੋਂ ਨਾਲ। ਮੁੱਖ ਮੰਤਰੀ ਤੇ ਤਾਂ ਪਹਿਲਾਂ ਹੀ ਇੰਨਾ ਦਬਾਅ ਹੈ, ਜੇ ਪ੍ਰਧਾਨ ਹੀ ਰੁੱਸ ਕੇ ਘਰੇ ਬਹਿ ਜਾਓ, ਤੁਸੀਂ ਯੂਥ ਦੇ ਪ੍ਰਧਾਨ ਹੋ, ਤੁਸੀਂ ਜੇ ਘਰੇ ਬਹਿ ਜਾਓਗੇ ਤੁਹਾਡੀ ਬੋਡੀ ਕੀ ਕਰੂਗੀ? ਦੇਖੋ ਰੁੱਸਣ ਰਸਾਉਣ ਵਾਲੀ ਗੱਲ ਨਹੀਂ ਆ ਉਹਨਾਂ ਦਾ। ਅਗਰ ਤੁਸੀਂ ਮੁੱਦਾ ਸਮਝੋ, ਕਹਿੰਦੇ ਵੀ ਅਗਰ ਇਹ ਮੇਰੇ ਮੁੱਦੇ ਨਹੀਂ ਹੱਲ ਹੁੰਦੇ ਤੇ ਮੈਂ ਐਜ਼ ਪ੍ਰਧਾਨ ਕੰਟੀਨਿਊ ਕਰਨ ਦਾ ਮੇਰਾ ਫਰਜ਼ ਨਹੀਂ ਰਹਿੰਦਾ। ਉਹਨਾਂ ਨੇ ਮੁੱਦਾ ਹੀ ਚੱਕਿਆ ਵਾ, ਉਹਨਾਂ ਨੇ ਉਹਨਾਂ ਨੂੰ ਮਹਿਸੂਸ ਹੋਇਆ ਵੀ ਚੇਂਜ ਆਫ ਗਾਰਡ ਹੋਇਆ। ਲੇਕਿਨ ਅਗਰ ਕੁਝ ਚੀਜ਼ਾਂ ਜਿਉਂ ਦੀ ਤਿਉਂ ਰਹਿ ਜਾਣ ਤੇ ਆਪਾਂ 22 ਦੇ ਵਿੱਚ ਲਾ ਕੇ ਉਹੀ ਸਵਾਲ ਜਿਹੜੇ ਲੋਕਾਂ ਨੇ ਪੁੱਛਣੇ ਆ, ਉਹ ਸਵਾਲ ਉਹਨਾਂ ਨੇ ਕੱਲ ਫਿਰ ਚੁੱਕਤੇ। ਢਿੱਲੋਂ ਸਾਹਿਬ ਗੱਲ ਤਾਂ ਉਹੀ ਹੈ, ਉਹ ਬੰਦੇ ਵੀ ਇਸ ਵਾਰ ਮੁੱਖ ਮੰਤਰੀ ਵੀ ਉਹਨਾਂ ਦੀ ਸਹਿਮਤੀ ਨਾਲ, ਡਿਪਟੀ ਮੁੱਖ ਮੰਤਰੀ ਵੀ ਉਹਨਾਂ ਦੀ ਸਹਿਮਤੀ ਨਾਲ, ਸਰਕਾਰ ਦੇ ਮੰਤਰੀ ਵੀ ਉਹਨਾਂ ਦੀ ਸਹਿਮਤੀ ਨਾਲ, ਫਿਰ ਉਹਨਾਂ ਨੂੰ ਸ਼ੱਕ ਪੈ ਗਿਆ। ਇਹ ਫੋਬੀਆ ਨਿਕਲੂਗਾ ਕਿਵੇਂ? ਗੱਲ ਤਾਂ ਇਹ ਹੈ ਨਾ, ਤੁਸੀਂ ਵੀ ਜਵਾਬ ਦੇਣਾ, ਤੁਸੀਂ ਖੁਦ ਕਿਵੇਂ ਜਵਾਬ ਦੋਗੇ? ਚਲੋ ਐਜ਼ ਏ ਕੈਂਡੀਡੇਟ ਤੁਸੀਂ ਲੋਕਾਂ ਕੋਲ ਵੋਟ ਮੰਗਣ ਜਾਓਗੇ, ਕੀ ਜਵਾਬ ਦਿਓਗੇ ਕਿ ਸਿੱਧੂ ਨੂੰ ਮਨਾਉਂਦੇ ਫਿਰੀ ਗਏ ਇਸ ਤਾਂ ਸਾਰੇ 3 ਮਹੀਨੇ? ਦੇਖੋ ਸਿੱਧੂ ਸਾਹਿਬ ਦਾ ਜਿਹੜਾ ਤਰੀਕਾ ਸੀਗਾ ਉਹਦੇ ਨਾਲ ਅਸੀਂ ਨਹੀਂ ਸਹਿਮਤ ਹੈਗੇ। ਮੈਂ ਇਸ ਗੱਲ ਨੂੰ ਤੁਹਾਨੂੰ ਕਹਿੰਦਾ ਵੀ ਸਿੱਧੂ ਸਾਹਿਬ ਦਾ ਜਿਹੜਾ ਤਰੀਕਾ ਸੀਗਾ ਉਹ ਹੋਰ ਬਿਹਤਰ ਹੋ ਸਕਦਾ ਸੀਗਾ। ਲੇਕਿਨ ਸਿੱਧੂ ਸਾਹਿਬ ਇੱਕ ਪੋਲੀਟੀਸ਼ੀਅਨ ਨਹੀਂ ਹੈਗੇ, ਸਿੱਧੂ ਸਾਹਿਬ ਤੁਹਾਡੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਆ। ਉਹਨਾਂ ਦੇ ਉਹ ਦਿਲੋਂ ਹੀ ਚੱਲਦੇ ਆ, ਦਿਲੋਂ ਹੀ ਸਾਰਾ ਕੁਝ ਕਰਦੇ ਆ, ਔਰ ਸ਼ਾਇਦ ਇਮੋਸ਼ਨਲ ਹੋ ਕੇ ਕਈ ਵਾਰ ਕੋਈ ਫੈਸਲੇ ਲੈਂਦੇ ਆ। ਸੋ ਲੇਕਿਨ ਉਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਜਿਹੜੇ ਹੁੰਦੇ ਆ ਉਹ ਬੜੇ ਹੋਰ ਹਿਸਾਬ ਦੇ ਹੁੰਦੇ ਆ, ਉਹ ਆਪਣਾ ਉਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ 'ਚ ਨਾ ਉਹਨਾਂ ਨੂੰ ਗਿਣਿਆ ਜਾਵੇ। ਸੋ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ, ਜਿਹੜੇ ਸਿੱਧੂ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਉਹ ਕੱਲ ਆਏ, ਗੱਲਬਾਤ ਕੀਤੀ, ਔਰ ਉਹ ਮੁੱਦਿਆਂ ਦੀ ਗੱਲ ਕਰਨਾ ਚਾਹ ਰਹੇ ਆ। ਅਸਤੀਫਾ ਦੇਣਾ ਕੋਈ ਹੱਲ ਨਹੀਂ ਆ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਔਰ ਇਸ ਗੱਲ ਨੂੰ ਤੁਹਾਡੇ ਨਾਲ ਕਹਿੰਦੇ ਹਾਂ। ਅਸਤੀਫੇ ਨਾਲ ਹੱਲ ਨਹੀਂ ਹੁੰਦੇ, ਅਸਤੀਫੇ ਦੇ ਨਾਲ ਤਾਂ ਉਲਟਾ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ। ਮੁੱਦੇ ਰੇਜ਼ ਕਰਨੇ ਚਾਹੀਦੇ ਆ, ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਵਾ। ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਮਹਿਸੂਸ ਹੋਇਆ ਹੋਣਾ ਕੁਛ ਵੀ ਯਾਰ ਮੁੱਖ ਮੰਤਰੀ ਵੀ ਸਾਡੀ ਸਹਿਮਤੀ ਨਾਲ ਹੋਇਆ, ਸਾਰਾ ਕੁਝ ਹੋਇਆ, ਜੇ ਮੈਂ ਫਿਰ ਵੀ ਨਹੀਂ ਕਰ ਸਕੂੰਗਾ ਤੇ ਫਿਰ ਮੈਂ ਲੋਕਾਂ 'ਚ ਕਿਵੇਂ ਜਾਊਂਗਾ? ਸੋ ਉਹਨਾਂ ਨੇ ਇਸ ਚੀਜ਼ ਨੂੰ ਕੀਤਾ, ਠੀਕ ਆ। ਲੇਕਿਨ ਮੈਂ ਉਹੀ ਕਹਿੰਦਾ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਹੁੰਦੇ ਆ, ਉਹ ਕਿਤੇ ਨਾ ਕਿਤੇ ਘੁੱਟ ਚਾਰ ਪੀ ਜਾਂਦੇ ਆ, ਕਿਤੇ ਸਹਿ ਜਾਂਦੇ ਆ, ਔਰ ਕਿਉਂਕਿ ਉਹਨਾਂ ਨੂੰ ਪਤਾ ਵੀ ਪੋਲਿਟਿਕਸ ਦੇ ਵਿੱਚ ਇਹਦੇ ਰੀਪਰਕਸ਼ਨਸ ਆ ਸਕਦੇ ਆ। ਸਿੱਧੂ ਸਾਹਿਬ ਦਾ ਮਕਸਦ ਜਿਹੜਾ ਸੀ ਉਹ ਮਕਸਦ ਨੂੰ ਸਮਝਿਆ ਜਾਵੇ। ਉਹਨਾਂ ਨੂੰ ਮਕਸਦ ਜਿਹੜਾ ਰੇਜ਼ ਕੀਤਾ ਇਸ਼ੂ, ਮੈਨੂੰ ਨਹੀਂ ਪਤਾ ਸਹੀ ਆ ਗਲਤ ਆ, ਉਹ ਮੁੱਖ ਮੰਤਰੀ ਸਾਹਿਬ ਉਹ ਕਰ ਸਕਦੇ ਆ। ਲੇਕਿਨ ਉਹਨਾਂ ਨੇ ਮੁੱਦਾ ਰੇਜ਼ ਕੀਤਾ ਵੀ ਅਸੀਂ ਸਰਕਾਰ ਬਦਲੀ ਆ, ਬੰਦੇ ਨਹੀਂ ਬਦਲੇ, ਅਸੀਂ ਮੁੱਦਿਆਂ ਨੂੰ ਐਡਰੈਸ ਕਰੀਏ।
ਲਾਸਟ ਇਹਨਾਂ ਕਾ ਦੱਸ ਦਿਓ ਕੈਪਟਨ ਸਾਹਿਬ ਕੱਲ ਵੀ ਇਹੀ ਗੱਲ ਕਹਿ ਗਏ, ਕਹਿੰਦੇ ਸਿੱਧੂ ਜਿੱਥੋਂ ਵੀ ਲੜੂਗਾ ਮੈਂ ਵਿਰੋਧ 'ਚ ਖੜਾ ਹੋਊਗਾ। ਕਿਤੇ ਨਾ ਕਿਤੇ ਉਹ ਸਹੀ ਨਹੀਂ ਸਮਝਦੇ ਸਿੱਧੂ ਨੂੰ ਪੰਜਾਬ ਦੇ ਵਾਸਤੇ, ਤੇ ਨਾਲ ਹੀ ਆਪ ਵੀ ਉਹ ਪਿੱਛੇ ਹਟ ਗਏ। ਤੁਹਾਨੂੰ ਨਹੀਂ ਲੱਗਦਾ ਕੈਪਟਨ ਦੇ ਜਾਣ ਨਾਲ ਕਿਤੇ ਨਾ ਕਿਤੇ ਵੱਡਾ ਅਸਰ ਕਾਂਗਰਸ ਨੂੰ ਪਊਗਾ? ਹੁਣ ਬੀਜੇਪੀ ਦੇ ਗੱਲਾਂ ਚੱਲ ਰਹੀਆਂ ਨੇ ਵੀ ਸ਼ਾਇਦ ਕਰੀਬੀ ਹੋ ਜਾਣ, ਅਮਿਤ ਸ਼ਾਹ ਨੂੰ ਮਿਲੇ। ਦੇਖੋ ਕੈਪਟਨ ਸਾਹਿਬ ਦਾ ਬੜਾ ਇਤਿਹਾਸ ਰਿਹਾ, ਕਾਂਗਰਸ ਦੇ ਵਿੱਚ ਬੜੀ ਸੇਵਾ ਕੀਤੀ ਉਹਨਾਂ ਨੇ, ਕਾਂਗਰਸ ਨੇ ਬੜਾ ਮਾਣ ਸਤਿਕਾਰ ਦਿੱਤਾ। ਔਰ ਉਮੀਦ ਕਰਦੇ ਹਾਂ ਵੀ ਹੁਣ ਜਦੋਂ ਇਸ ਟਾਈਮ ਦੇ ਵਿੱਚ ਅਗਰ ਉਹ ਕਾਂਗਰਸ ਨੂੰ ਨੁਕਸਾਨ ਪਹੁੰਚਾਉਣਗੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੋਊਗਾ। ਉਹੀ ਗੱਲ ਵੀ ਜਿਹੜੀ ਉਹਨਾਂ ਨੂੰ ਹਿਊਮਿਲੇਸ਼ਨ ਦੀ ਉਹ ਗੱਲ ਕਰਦੇ ਆ, ਉਹ ਇਹ ਵੀ ਸੋਚਣ ਵੀ ਉਹਨਾਂ ਨੂੰ ਮਾਣ ਸਤਿਕਾਰ ਵੀ ਬਹੁਤ ਦਿੱਤਾ ਇਸ ਪਾਰਟੀ ਨੇ। ਉਮੀਦ ਕਰਦੇ ਹਾਂ ਉਹ ਆਪਣੇ ਫੈਸਲੇ ਨੂੰ ਰੀਥਿੰਕ ਕਰਨਗੇ ਔਰ ਆਪਣਾ ਇਸ ਸਮੇਂ ਦੇ ਵਿੱਚ ਜਾ ਕੇ ਆਪਣੇ ਉੱਤੇ ਸਵਾਲੀਆ ਚਿੰਨ੍ਹ ਨਹੀਂ ਖੜੇ ਕਰਨਗੇ। ਧੰਨਵਾਦ। ਕਹਿ ਸਕਦੇ ਹਾਂ ਕਿ ਮੁੱਦਾ ਜਿਹੜਾ ਚੱਕਿਆ ਢਿੱਲੋਂ ਹੋਰਾਂ ਨੇ ਬੇहद ਗੰਭੀਰ ਹੈ, ਕਿਉਂਕਿ ਜੇ ਦੇਖਿਆ ਜਾਵੇ ਜਵਾਕ ਜਦੋਂ ਆਮ ਪਰਿਵਾਰ ਦਾ ਕੋਈ ਪੜ੍ਹਨ ਜਾਂਦਾ ਉਹਦੇ ਵਾਸਤੇ ਸੌਖਾ ਨਹੀਂ ਹੁੰਦਾ ਡੋਨੇਸ਼ਨਾਂ ਦੇਣੀਆਂ, ਤੇ ਸੌਖਾ ਨਹੀਂ ਹੁੰਦਾ ਕਿ ਕਿਸੇ ਪ੍ਰਾਈਵੇਟ ਕਾਲਜ 'ਚ ਉਹ ਐਡਮਿਸ਼ਨ ਲੈ ਲੇ। ਤਾਂ ਜ਼ਰੂਰਤ ਪੈਂਦੀ ਹੈ ਕਿ ਅਜਿਹੀ ਸਰਕਾਰੀ ਕਾਲਜਾਂ ਦੀ ਜਾਂ ਕਹੀਏ ਕਿ ਸਰਕਾਰੀ ਸਕੂਲਾਂ ਦੀ ਨਾਲ ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜ ਬਹੁਤ ਜ਼ਰੂਰੀ ਨੇ। ਤੇ ਜਿਸ ਤਰ੍ਹਾਂ ਦੀ ਸਥਿਤੀ ਹੁਣ ਬਣ ਚੁੱਕੀ ਹੈ, ਲੋੜ ਹੈ ਕਿ ਇਹ ਮੁੱਦਿਆਂ ਨੂੰ ਸਰਕਾਰ ਵੀ ਉਨੀ ਚਿੰਤਾ ਦੇ ਨਾਲ ਜਿੰਨੇ ਚਿੰਤਾ ਦੇ ਨਾਲ ਢਿੱਲੋਂ ਹੋਰਾਂ ਨੇ ਚੱਕਿਆ। ਖੈਰ ਸਿੱਧੂ ਵਾਲਾ ਕਲੇਸ਼ ਤਾਂ ਹਜੇ ਜਿਵੇਂ ਨਿਬੜਿਆ ਨਹੀਂ ਹੈਗਾ, ਉਹ ਤਾਂ ਦੇਖਣਾ ਹੋਊਗਾ ਕਿ ਆਖਰ ਕਿਸ ਪੜਾਅ ਤੇ ਜਾ ਕੇ ਨਿਬੜੂਗੀ। ਪਰ ਇੰਨਾ ਜ਼ਰੂਰ ਹੈ ਢਿੱਲੋਂ ਨੇ ਜ਼ਰੂਰ ਕਹਿਤਾ ਕਿ ਨੌਜਵਾਨਾਂ ਦੀ ਆਵਾਜ਼ ਬਣ ਕੇ ਅੱਗੇ ਖੜਾਂਗੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।